यूक्रेन और रूस की लड़ाई दौरान ਜਿਹੜੇ ਬੱਚੇ ਬਾਹਰ ਗਏ ਸਨ ਆਪਣੀ ਐਜੂਕੇਸ਼ਨ ਕਰਦੇ MBBS ਦੀ ਪੜ੍ਹਾਈ ਕਰਨ ਵਾਸਤੇ ਉਹ ਵਾਪਸ ਆਪਣੇ ਘਰਾਂ ਨੂੰ ਪਰਤੇ ਨੇ। ਉੱਥੇ ਬਹੁਤ ਬੁਰਾ ਮਹਿਸੂਸ ਹੋ ਰਿਹਾ ਸੀ। ਉੱਥੇ ਰਸ਼ੀਆ ਨੇ ਸਾਰਿਆਂ ਤੋਂ ਪਹਿਲਾਂ ਸਵੇਰੇ 4 ਵਜੇ ਅਟੈਕ ਕਰ ਦਿੱਤਾ। ਉੱਥੇ ਬਹੁਤ ਜ਼ਿਆਦਾ ਫੌਜੀਆਂ ਦੀ ਮੌਤ ਹੋਈ, ਬੱਚਿਆਂ ਦੀ ਮੌਤ ਹੋਈ ਜਦੋਂ ਖੂਨ ਦੇਖ। और कुछ खाना वगैरह है नहीं, बिजली नहीं है, ठंड उत्थे स्नो का सीजन चलता पाया है और वो कोई उपर लैन लिए कंबल नहीं है, थले भी बस पत्थर है। कि मीडिया बहुत हेल्प करता है, मीडिया ही है जो गवर्नमेंट तक आवाज़ लेके जाता है। और वो देख के लगा कि क्यों हो रहा है लड़ाई ਵੱਡਿਆਂ ਦੀ, ਇਹਦੇ ਵਿੱਚ ਸਾਡੇ ਬੱਚਿਆਂ ਦਾ ਕੀ ਕਸੂਰ ਆ। ਸਕਾਈ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਹਾਂ ਤੁਹਾਡਾ ਕੁਲਦੀਪ ਸਿੰਘ ਦੀਪਾ। ਅੱਜ ਅਸੀਂ ਪਹੁੰਚੇ ਹਾਂ ਪੱਟੀ ਵਿੱਚ, ਜਿੱਥੇ ਯੂਕਰੇਨ ਅਤੇ ਰੂਸ ਦੀ ਲੜਾਈ ਦੌਰਾਨ ਜਿਹੜੇ ਬੱਚੇ ਬਾਹਰ ਗਏ ਸਨ ਆਪਣੀ ਐਜੂਕੇਸ਼ਨ ਕਰਦੇ MBBS ਦੀ ਪੜ੍ਹਾਈ ਕਰਨ ਵਾਸਤੇ ਉਹ ਵਾਪਸ ਆਪਣੇ ਘਰਾਂ ਨੂੰ ਪਰਤੇ ਨੇ। ਸਾਡੇ ਨਾਲ ਮੌਜੂਦ ਹੈ ਹਰਪ੍ਰੀਤ ਕੌਰ, ਜਿਨ੍ਹਾਂ ਦੇ ਜਿਹੜੇ 1 ਤਰੀਕ ਨੂੰ ਰਾਤ ਨੂੰ ਵਾਪਸ ਪਹੁੰਚੇ ਸਨ ਇੱਥੇ ਪੱਟੀ। ਅਜੇ ਗੱਲਬਾਤ ਕਰਾਂਗੇ। ਬੇਟਾ ਪਹਿਲਾਂ ਤਾਂ ਸਵਾਗਤ ਤੁਹਾਡਾ ਸਾਡੇ ਸਕਾਈ ਨਿਊਜ਼ ਚੈਨਲ ਵਿੱਚ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦੇ ਬੇਟਾ ਹਾਲਾਤ ਸੀ ਉੱਥੇ ਤੇ ਕੀ ਮਤਲਬ ਮਹਿਸੂਸ ਕਰਦੇ ਪਏ ਸੀ? ਅੱਜ ਤੁਸੀਂ ਪਹੁੰਚੇ ਵੀ ਹੋ, ਆਪਣੀ ਗੱਲਬਾਤ ਦੱਸੋ ਜੀ। ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਆਪਣੇ ਮਾਂ-ਬਾਪ ਕੋ ਆ ਕੇ, ਇੱਥੇ ਆ ਕੇ ਅੰਮ੍ਰਿਤਸਰ ਦੀ ਧਰਤੀ ਵਿੱਚ। ਔਰ ਉੱਥੇ ਬਹੁਤ ਬੁਰਾ ਮਹਿਸੂਸ ਹੋ ਰਿਹਾ ਸੀ। ਉੱਥੇ ਰਸ਼ੀਆ ਨੇ ਸਾਰਿਆਂ ਤੋਂ ਪਹਿਲਾਂ ਸਵੇਰੇ 4 ਵਜੇ ਅਟੈਕ ਕਰ ਦਿੱਤਾ। 40 ਮਿਸਾਈਲ ਉਹਨਾਂ ਨੇ ਅਟੈਕ ਤੇ, ਜਿਹਦੇ ਵਿੱਚ ਯੂਕਰੇਨ ਸਿਰਫ 4 ਹੀ ਖਤਮ ਕਰ ਪਾਇਆ ਸੀ। ਔਰ ਉੱਥੇ ਬਹੁਤ ਜ਼ਿਆਦਾ ਫੌਜੀਆਂ ਦੀ ਮੌਤ ਹੋਈ, ਬੱਚਿਆਂ ਦੀ ਮੌਤ ਹੋਈ ਜਦੋਂ ਖੂਨ ਦੇਖਿਆ। ਔਰ ਬਿਲਡਿੰਗ ਸਾਰੀਆਂ ਖਤਮ ਹੋ ਗਈਆਂ, ਡਿੱਗ ਗਈਆਂ। ਔਰ ਮੇਰੀ ਇੱਕ ਖੁਦ ਦੀ ਸਹੇਲੀ ਸੀ ਜਿਹਦੀ ਸਵੇਰ ਦੀ ਫਲਾਈਟ ਸੀ, ਪਰ ਉਹ ਕੈਂਸਲ ਹੋਣ ਦਾ ਕਰਕੇ ਉਹਨੂੰ ਉੱਥੇ ਬੰਕਰ ਵਿੱਚ ਰੁਕਣਾ ਪਿਆ। ਔਰ ਕੁਝ ਖਾਣਾ ਵਗੈਰਾ ਹੈ ਨਹੀਂ, ਬਿਜਲੀ ਨਹੀਂ ਹੈ, ਠੰਡ ਉੱਥੇ ਸਨੋ ਦਾ ਸੀਜ਼ਨ ਚੱਲਦਾ ਪਿਆ ਹੈ ਔਰ ਉਹਦੇ ਵਿੱਚ ਕੋਈ ਉੱਪਰ ਲੈਣ ਲਈ ਕੰਬਲ ਨਹੀਂ ਹੈ, ਥੱਲੇ ਵੀ ਬਸ ਪੱਥਰ ਆ। ਔਰ ਨੈਟ ਨਾ ਹੋਣ ਦਾ ਕਰਕੇ ਉਹ ਮਾਂ ਬਾਪ ਨਾਲ ਵੀ ਕੰਟੈਕਟ ਨਹੀਂ ਕਰ ਸਕਦੇ। ਉਹਨਾਂ ਸਾਨੂੰ ਇੱਕ ਵੀਡੀਓ ਬਣਾ ਕੇ ਸਾਨੂੰ ਪਾਈ। ਔਰ ਕਿਉਂਕਿ ਮੀਡੀਆ ਬਹੁਤ ਹੈਲਪ ਕਰਦਾ ਹੈ, ਮੀਡੀਆ ਹੀ ਹੈ ਜਿਹੜਾ ਗਵਰਨਮੈਂਟ ਤੱਕ ਆਵਾਜ਼ ਲੈ ਕੇ ਜਾਂਦਾ ਹੈ, ਤਾਂ ਫਿਰ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਪਾਈ, ਜਿਹਦੀ ਵਜ੍ਹਾ ਦੇ ਨਾਲ ਸਾਨੂੰ ਪਤਾ ਲੱਗਾ ਕਿ ਉੱਥੇ ਜਦ ਫਸੀ ਹੋਈ ਹੈ, ਨਿਕਲੀ ਨਹੀਂ ਹੈ। ਅਸੀਂ ਤਾਂ ਸੋਚਿਆ ਨਿਕਲ ਗਈ ਆ। ਔਰ ਇਹ ਸਭ ਦੇਖ ਕੇ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਖੁਦ ਦੀ ਸਹੇਲੀ ਆ, ਭੈਣ ਵਰਗੀ ਆ, ਔਰ ਉਹ ਉੱਥੇ ਫਸ ਚੁੱਕੀ ਆ, ਜਦ ਕਿ ਉਹਨੂੰ ਵੀ ਸਾਡੇ ਵਿੱਚ ਹੋਣਾ ਚਾਹੀਦਾ ਸੀ, ਆਉਣਾ ਚਾਹੀਦਾ ਸੀ। ਤਾਂ ਇਹ ਦੇਖ ਕੇ ਬਹੁਤ ਬੁਰਾ ਹੁੰਦਾ। ਔਰ ਘਰੇ ਆ ਕੇ ਬਹੁਤ ਖੁਸ਼ੀ ਹੋ ਰਹੀ ਆ। ਇੱਕ ਟੈਨਸ਼ਨ ਲੱਥ ਗਈ ਦਿਮਾਗ ਤੋਂ, ਮਾਂ ਬਾਪ ਨੂੰ ਵੀ ਸੀ ਔਰ ਮੈਨੂੰ ਵੀ ਸੀ, ਤਾਂ ਉਹ ਹੁਣ ਖਤਮ ਹੋ ਗਈ ਆ। ਜਿਹੜੀ ਬੇਟਾ ਇੱਕ ਬੱਚੇ ਦੀ ਡੈਥ ਹੋਈ ਹੈ ਜੀ, ਕਿਸ ਤਰ੍ਹਾਂ ਮਹਿਸੂਸ ਹੈ ਉਦੋਂ? ਫਿਰ ਕਿਸ ਤਰ੍ਹਾਂ ਮੰਮੀ ਡੈਡੀ ਨਾਲ ਗੱਲ ਹੋਈ? ਜਦੋਂ ਉਹ ਮਹਿਸੂਸ ਹੋਈ ਸਾਨੂੰ ਲੱਗਾ ਕਿ ਹੁਣ ਸਾਡੇ 'ਤੇ ਵੀ ਹੋ ਸਕਦਾ, ਅਸੀਂ ਵੀ ਨਹੀਂ ਬਚਾਂਗੇ। ਵਾਰ-ਵਾਰ ਬੱਚੇ ਮੰਮੀ ਪਾਪਾ ਨੂੰ 15-20 ਵਾਰੀ ਕਾਲ ਕਰਦੇ ਸੀ ਇੱਕ ਦਿਨ ਵਿੱਚ। ਔਰ ਉਹ ਦੇਖ ਕੇ ਲੱਗਾ ਕਿ ਕਿਉਂ ਹੋ ਰਿਹਾ ਹੈ ਲੜਾਈ ਵੱਡਿਆਂ ਦੀ, ਇਹਦੇ ਵਿੱਚ ਸਾਡੇ ਬੱਚਿਆਂ ਦਾ ਕੀ ਕਸੂਰ ਆ। ਉਹ ਤਾਂ ਸਾਡਾ ਹੀ ਸੀ, ਸਾਡੇ ਭਰਾ ਵਰਗੂ ਸੀ। ਔਰ ਉਹਦਾ ਅਟੈਕ ਮਾਰਿਆ ਗਿਆ। ਉਹ ਇੱਕ ਦੁਕਾਨ 'ਤੇ ਕੁਝ ਸਮਾਨ ਲੈਣ ਗਿਆ ਸੀ ਜਦੋਂ ਰਸ਼ੀਆ ਦੇ ਸੋਲਜਰ ਨੇ ਉਹਦੇ 'ਤੇ ਫਾਇਰਿੰਗ ਕੀਤੀ ਔਰ ਉਹਦੀ ਮੌਕੇ 'ਤੇ ਮੌਤ ਹੋ ਗਈ। ਤਾਂ ਇਹ ਦੇਖ ਕੇ ਬਹੁਤ ਜ਼ਿਆਦਾ ਬੁਰਾ ਲੱਗਾ ਔਰ ਅਸੀਂ ਰੋਏ ਵੀ ਕਿ ਇੱਦਾਂ ਕਿਉਂ ਹੋ ਗਿਆ। ਤਾਂ ਇਹ ਨਹੀਂ ਹੋਣਾ ਚਾਹੀਦਾ। ਔਰ ਇਹੀ ਕਹਾਂਗੇ ਕਿ ਜਿਹੜੇ ਬੱਚੇ ਉੱਥੇ ਫਸੇ ਨੇ ਉਹ ਵੀ ਮੇਰੇ ਵਰਗੂ ਸਾਰੇ ਸਹੀ ਸਲਾਮਤ ਵਾਪਸ ਆ ਜਾਣ। ਜੀ। ਮੰਮੀ ਡੈਡੀ ਨਾਲ ਫਿਰ ਗੱਲ ਹੁੰਦੀ ਸੀ? ਜੀ, ਮੰਮਾ ਪਾਪਾ ਨਾਲ ਸਿਰਫ ਪਾਪਾ ਔਰ ਬ੍ਰਦਰ ਨਾਲ ਗੱਲ ਹੁੰਦੀ ਸੀ ਕਿਉਂਕਿ ਮੈਨੂੰ ਪਤਾ ਹੈ ਮੰਮਾ ਬਿਲਕੁਲ ਡਿਪਰੈਸ ਹੋ ਜਾਣਗੇ, ਤਾਂ ਬਹੁਤ ਜ਼ਿਆਦਾ ਟੈਨਸ਼ਨ ਲੈ ਲੈਂਦੇ ਨੇ। ਸੋ ਸਿਰਫ ਪਾਪਾ ਔਰ ਬ੍ਰਦਰ ਨਾਲ ਗੱਲ ਹੁੰਦੀ ਸੀ। ਕੀ ਲੱਗਦਾ ਸੀ ਜਿੱਦਾਂ ਉੱਥੇ ਮਾਹੌਲ ਹੈਗਾ ਸੀ ਵਾਪਸ ਪੰਜਾਬ ਆਪਣੇ ਘਰ ਪਹੁੰਚਣਾ? ਗਏ ਨਹੀਂ, ਬਿਲਕੁਲ ਉਮੀਦ ਨਹੀਂ ਸੀ ਕਿ ਘਰੇ ਪਹੁੰਚਾਂਗੇ ਕਿਉਂਕਿ ਇਹੋ ਜਿਹਾ ਡਰ ਹੈ। ਜਦੋਂ ਅਸੀਂ ਖੁਦ ਦੇਖਦੇ ਸੀ ਕਿ ਮਿਸਾਈਲ ਅਟੈਕ ਹੋ ਰਹੇ ਨੇ, ਬੱਚੇ ਰੋ ਰਹੇ ਨੇ ਔਰ ਕੁਝ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ, ਬਲੱਡ ਆ ਰਿਹਾ ਸਾਰਿਆਂ ਦੇ, ਤਾਂ ਉਹ ਦੇਖ ਕੇ ਬਿਲਕੁਲ ਘਬਰਾ ਜਾਈਦਾ। ਅਸੀਂ ਏਜ ਐਵੇਂ ਦੀ ਆ ਕਿ ਖੁਦ ਸਮਝ ਨਹੀਂ ਸਕਦੇ, ਆਪਣੇ ਆਪ ਨੂੰ ਸ਼ਾਂਤ ਨਹੀਂ ਕਰ ਸਕਦੇ, ਤਾਂ ਬਹੁਤ ਜ਼ਿਆਦਾ ਅਸੀਂ ਪੈਨਿਕ ਹੋਏ ਸੀ। ਜੀ। ਕਿੰਨੇ ਬੱਚੇ ਬੁੱਤ ਆਪਣੇ ਨਾਲ ਹੈਗੇ ਜਦੋਂ ਆਪਾਂ ਉੱਥੇ ਜਿੱਥੇ ਹੈਗੇ ਸੀ? ਉੱਥੇ 2000 ਜਾਂ 3000 ਬੱਚੇ ਸੀ ਮੇਰੀ ਯੂਨੀਵਰਸਿਟੀ ਦੇ ਹੋਸਟਲ ਵਿੱਚ। ਪਰ ਉੱਥੇ ਸਾਰੇ ਜਾਣੇ ਜਦੋਂ ਉਹਨਾਂ ਨੇ ਕਿਹਾ ਕਿ ਹੁਣ ਤੁਹਾਨੂੰ ਬਣਾਵਾਂਗੇ, ਬੱਚੇ ਇੱਕੋਦਮ ਬਹੁਤ ਪੈਨਿਕ ਹੋ ਗਏ। ਲਾਈਨ ਵਿੱਚ ਘੰਟੇ ਅਸੀਂ ਖੜ੍ਹੇ ਰਹੇ ਕਿ ਸਾਡਾ ਨਾਮ ਲਿਸਟ ਵਿੱਚ ਆ ਜਾਏ ਔਰ ਅਸੀਂ ਇੰਡੀਆ ਵਾਸਤੇ ਬਾਰਡਰ 'ਚ ਜਾਈਏ। ਤਾਂ ਬਹੁਤ ਪੈਨਿਕ ਵਾਲੀ ਸਿਚੁਏਸ਼ਨ ਸੀ। ਕਿਸੇ ਦਾ ਖਾਣਾ ਖਾਣ ਨੂੰ ਜੀਅ ਨਹੀਂ ਕਰਨ ਦਿਆ ਸੀ, ਜਦ ਕਿ ਉਹ ਖਾਣਾ ਦਿੰਦੇ ਵੀ ਸੀ। ਔਰ ਵਾਰ-ਵਾਰ ਇੰਨੇ ਕਾਲਸ 10-12-20 ਕਾਲ ਇੱਕ ਦਿਨ 'ਚ ਕਰਨੀਆਂ ਘਰ ਵਾਲਿਆਂ ਨੂੰ, ਤਾਂ ਬਹੁਤ ਜ਼ਿਆਦਾ ਸਿਚੁਏਸ਼ਨ ਉੱਥੇ ਖਰਾਬ ਆ। ਜਦੋਂ ਮੰਮੀ ਡੈਡੀ ਨਾਲ WhatsApp 'ਤੇ ਜਾਂ ਸੋਸ਼ਲ ਮੀਡੀਆ 'ਤੇ ਗੱਲ ਹੁੰਦੀ ਸੀ, ਜੀ, ਕਿੰਨਾ ਕੁ ਹੌਸਲਾ ਮਿਲਦਾ?
ਹਾਂਜੀ, ਪਾਪਾ ਤੇ ਇਹੀ ਕਹਿੰਦੇ ਸੀ, ਮੰਮਾ ਪਾਪਾ, ਕਿ ਘਬਰਾਓ ਨਾ, ਕੋਈ ਗੱਲ ਨਹੀਂ, ਆ ਜਾਓਗੇ, ਵਾਹਿਗੁਰੂ ਦਾ ਨਾਮ ਲਓ, ਵਾਹਿਗੁਰੂ ਦਾ ਨਾਮ ਲਓਗੇ ਤੇ ਆਪੇ ਸ਼ਾਂਤ ਹੋ ਜਾਓਗੇ ਤੁਸੀਂ, ਜਿੰਨਾ ਤੂੰ ਬੇਟਾ ਘਬਰਾ ਰਹੀ ਆ, ਵਾਹਿਗੁਰੂ ਦਾ ਨਾਮ ਲੈ, ਵਾਹਿਗੁਰੂ ਹੀ ਬੇੜਾ ਤੇਰਾ ਪਾਰ ਲਾਉਣਗੇ। ਤੋ ਬਸ ਇਹਨਾਂ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ, ਕਿਉਂਕਿ ਇਹੀ ਤਾਂ ਆਪਣੇ ਨੇ, ਤਾਂ ਇਸ ਕਰਕੇ ਇਹਨਾਂ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਪਰ ਜਦੋਂ ਮੈਂ ਉੱਥੇ ਬੱਚੇ ਦੇਖਦੀ ਸੀ, ਮੇਰੀ ਕਲਾਸ ਦੀ ਉਹ ਮੇਰੀ ਫਰੈਂਡ ਸੀ, ਤਾਂ ਦੇਖ ਕੇ ਬਹੁਤ ਬੁਰਾ ਲੱਗਦਾ ਸੀ, ਰੋਂਦੀ ਪਈ ਸੀ। ਕੱਪੜੇ ਵੀ ਇੰਨੇ ਦਿਨਾਂ ਦੇ ਕਿੱਥੇ ਬਦਲ ਸਕਦੀ ਹੈ ਜਦੋਂ ਇੰਨੇ ਸਾਰੇ ਬੱਚੇ ਉੱਥੇ ਬੈਠੇ ਹੋਏ ਨੇ, ਔਰ ਲੰਮੇ ਪੈਣ ਲਈ ਜਗ੍ਹਾ ਨਹੀਂ ਹੈਗੀ, ਫਰਸ਼ 'ਤੇ ਪਏ ਹੋਏ ਨੇ, ਕੋਈ ਨਾ ਥੱਲੇ ਵਿਛਾਉਣ ਨੂੰ ਕੁਛ ਆ, ਨਾ ਉੱਪਰ ਕੰਬਲ ਲੈਣ ਲਈ ਆ। ਖਾਣੇ ਦੀ ਤਾਂ ਇਹੋ ਜਿਹੀ ਚੀਜ਼ਾਂ 'ਚ ਭੁੱਖ ਨਹੀਂ ਲੱਗਦੀ, ਪਰ ਫਿਰ ਵੀ ਖਾਣਾ ਉਹਨਾਂ 10 ਬੱਚਿਆਂ ਨੂੰ ਸਿਰਫ ਇੱਕੋ ਦੇ ਰਹੇ। ਤੁਹਾਨੂੰ ਮੈਂ ਜਿੱਦਾਂ ਦੱਸਿਆ, ਨਾ ਪਾਣੀ ਆ, ਨਾ ਫੋਨ ਚਾਰਜ ਕਰ ਸਕਦੇ, ਨਾ ਉੱਥੇ ਨੈੱਟ ਆਉਂਦਾ ਪਿਆ, ਘਰੇ ਵੀ ਨਹੀਂ ਗੱਲ ਕਰ ਸਕਦੇ। ਤਾਂ ਉਹਨਾਂ ਨੂੰ ਦੇਖ ਕੇ ਬਹੁਤ ਬੁਰਾ ਲੱਗਦਾ ਸੀ। ਉਹਨਾਂ ਦੀ ਬਸ ਫਲਾਈਟ ਸੀ, ਔਰ ਉਸੇ ਦਿਨ ਸਵੇਰ 5 ਵਜੇ ਅਟੈਕ ਕੀਤਾ ਰਸ਼ੀਆ ਨੇ, ਕੀਵ ਜਿਹੜੀ ਕੈਪੀਟਲ ਹੈ ਯੂਕਰੇਨ ਦੀ। ਔਰ ਖਾਰਕਿਵ ਤਾਂ ਹੁਣ ਰਸ਼ੀਆ ਦੇ ਅੰਡਰ ਹੋ ਹੀ ਚੁੱਕਾ, ਉੱਥੇ ਵੀ ਬਹੁਤ ਜ਼ਿਆਦਾ ਅਟੈਕ ਹੋਏ। ਔਰ ਖਾਰਕਿਵ ਔਰ ਜਿਹੜੀ ਸਮੀ ਯੂਨੀਵਰਸਿਟੀ ਆ, ਇਹ ਰਸ਼ੀਆ ਦੇ ਬਿਲਕੁਲ ਨਾਲ ਬਾਰਡਰ ਸ਼ੇਅਰ ਕਰਦੀ ਆ, ਤਾਂ ਉੱਥੇ ਹਾਲੇ ਵੀ ਬੱਚੇ ਫਸੇ ਹੋਏ ਨੇ। ਤਾਂ ਮੈਂ ਇਹੀ ਕਰਦੀ ਹਾਂ ਕਿ ਜਿਸ ਤਰ੍ਹਾਂ ਮੈਂ ਆ ਚੁੱਕੀ ਹਾਂ ਸੇਫ, ਉੱਦਾਂ ਬਾਕੀ ਬੱਚੇ ਵੀ ਆ ਜਾਣ, ਕਿਉਂਕਿ ਮੈਨੂੰ ਪਤਾ ਹੈ ਜਿੱਦਾਂ ਮੇਰੇ ਮੰਮੀ ਪਾਪਾ ਇੰਨੀ ਟੈਨਸ਼ਨ ਲੈਂਦੇ, ਉਹਨਾਂ ਦੇ ਵੀ ਕਿੱਦਾਂ ਸਾਹ ਸੁੱਕਿਆ ਹੋਏਗਾ, ਤਾਂ ਉਹ ਬੱਚੇ ਚੰਗੀ ਤਰ੍ਹਾਂ ਆ ਜਾਣ ਵਾਪਸ। ਹਰਪ੍ਰੀਤ, ਜਦੋਂ ਇਹ ਅਟੈਕ ਹੋਇਆ ਵਾ, ਤੁਹਾਨੂੰ ਪਹਿਲਾਂ ਕੋਈ ਇੰਟੀਮੇਸ਼ਨ ਦਿੱਤਾ ਸੀ ਇਹਨਾਂ ਨੇ, ਪ੍ਰਸ਼ਾਸਨ ਨੇ, ਵੀ ਮਸਲਾ ਤੁਸੀਂ ਆਪਣੀ ਸੇਫ ਜਗ੍ਹਾ ਚੱਲ ਜਾਓ, ਕਿ ਜਾਂ ਅਚਨਚੇਤ ਹੀ ਮਤਲਬ ਹੈ? ਇਹ ਅਚਨਚੇਤ ਹੀ ਮੈਂ ਕਹਿ ਸਕਦੀ ਹੋਇਆ, ਸਾਨੂੰ ਕੋਈ ਇਨਫੋਰਮੇਸ਼ਨ ਨਹੀਂ। ਸਾਨੂੰ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਕੋਵਿਡ ਦਾ ਕਰਕੇ ਕਲਾਸਿਸ ਆਨਲਾਈਨ ਸੀ, ਤਾਂ ਉਹਨਾਂ ਕਿਹਾ ਹੈ ਕਿ ਤੁਹਾਡੀ 10th ਮਾਰਚ ਤੋਂ ਆਫਲਾਈਨ ਹੋ ਜਾਣਗੀਆਂ। ਤਾਂ ਅਸੀਂ ਤਾਂ ਆਪਣਾ ਨਾਰਮਲ ਸੀ। ਅਚਾਨਕ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਕਿ ਸਵੇਰ 4 ਵਜੇ ਇੱਕ ਜਗ੍ਹਾ 'ਤੇ ਵਾਰ ਸਾਇਰਨ ਸਟਾਰਟ ਹੋ ਜਾਂਦਾ ਹੈ। ਬੱਚੇ ਪੈਨਿਕ ਹੋ ਜਾਂਦੇ, ਆਪਣਾ ਸਾਰਾ ਸਮਾਨ, ਕਿਸੇ ਨੂੰ ਉਹਦੀ, ਸਾਰਿਆਂ ਨੂੰ ਆਪਣੀ ਬਸ ਜਾਣ ਦੀ ਹੁੰਦੀ ਹੈ, ਸਾਰੇ ਇੱਕ ਬੇਸਮੈਂਟ ਵਿੱਚ ਜਾ ਕੇ ਛੁਪ ਜਾਂਦੇ ਆ ਕਿ ਅਸੀਂ ਆਪਣਾ ਬਚ ਜਾਈਏ। ਪੂਰਾ ਦਿਨ ਉੱਥੇ ਰਹਿੰਦੇ, ਜਦੋਂ ਪਤਾ ਲੱਗਦਾ ਕੁਝ ਨਹੀਂ, ਫਾਇਰਿੰਗ ਹੋਈ ਆ, ਤਾਂ ਕਰਕੇ ਫਿਰ ਸ਼ਾਮ ਨੂੰ ਵਾਪਿਸ ਉਹ ਮੁੜਦੇ ਨੇ। ਬਹੁਤ ਜ਼ਿਆਦਾ ਪੈਨਿਕ ਹੀ, ਔਰ ਪਾਣੀ ਨਹੀਂ ਮਿਲਦਾ ਪਿਆ ਸੀ, ਸਾਰੀ ਜਗ੍ਹਾ 'ਤੇ ਪਾਣੀ ਖਤਮ ਹੋ ਗਿਆ ਸੀ। ਸਾਰਿਆਂ ਨੂੰ ਹੀ ਕਿ ਹੁਣ ਆਪਣਾ ਖਾਣਾ ਪੀਣਾ ਸੀ ਇਕੱਠਾ ਕਰਕੇ ਰੱਖ ਲਈਏ। ਪਾਣੀ ਲਈ ਬਹੁਤ ਦੂਰ ਜਾਣਾ ਪਿਆ, ਔਰ ਪਾਣੀ ਦੀਆਂ ਬੋਟਲਸ ਲੈ ਕੇ ਆਏ, 5-6 ਬੋਤਲਾਂ, ਕਿ ਕੀ ਪਤਾ ਹੁਣ ਕਦੋਂ ਆ ਸਾਰੀਆਂ ਦੁਕਾਨਾਂ ਨਾ ਬੰਦ ਹੋ ਜਾਣ। ਔਰ ਇਹ ਵੀ ਸੀ ਕਿ ਰਸ਼ੀਆ ਬੈਂਕ ਹੈਕ ਕਰ ਲੇਗਾ। ਸਾਰੇ ਬੱਚੇ ਨੇ ਆਪਣੇ ਬੈਂਕ 'ਚੋਂ ਪੈਸੇ ਕਢਵਾ ਕੇ ਕੈਸ਼ ਰੱਖਿਆ, ਔਰ ਕਈ ਬੱਚੇ ਰੋਣ ਲੱਗ ਪਏ। ਬਹੁਤ ਸਿਚੁਏਸ਼ਨ ਖਰਾਬ ਸੀ ਉੱਥੇ। ਜਦੋਂ ਵਾਪਸ ਆਏ, ਫਿਰ ਇਹ ਕਿਸ ਤਰ੍ਹਾਂ ਦਾ ਬਣਿਆ, ਪ੍ਰੋਸੈਸ ਬਣਿਆ ਵੀ ਵਾਪਸ ਆਉਣਾ ਵਾ? ਕਿਸ ਤਰ੍ਹਾਂ ਤੁਹਾਨੂੰ ਸਰਕਾਰ ਨੇ ਮਦਦ ਕੀਤੀ ਹੈ, ਜਾਂ ਤੁਸੀਂ ਆਪਣੇ ਬਿਹਾਵ 'ਤੇ ਹੀ ਮਤਲਬ ਉੱਥੋਂ ਵਾਪਸ ਹੀ? ਇੰਡੀਆ ਗੌਰਮੈਂਟ ਨੇ ਫਲਾਈਟ ਅਰੇਂਜ ਜਿਹੜੀ ਕੀਤੀ ਸੀ ਬਾਰਡਰ ਬਿਊਡਾਪੈਸਟ ਹੰਗੇਰੀ, ਬਿਊਡਾਪੈਸਟ ਏਅਰਪੋਰਟ ਤੋਂ ਦਿੱਲੀ ਤੱਕ, ਬਾਕੀ ਸਾਰਾ ਖਰਚਾ ਖੁਦ ਕੀਤਾ ਸੀ। ਬਾਰਡਰ ਤੱਕ ਜਾਣ ਲਈ $50 ਅਸੀਂ ਦਿੱਤੇ ਹੋਏ ਸੀ, ਔਰ ਉਹੀ ਸਾਨੂੰ ਬਸ ਹੋਸਟਲ ਤੋਂ ਲੈ ਕੇ ਬਾਰਡਰ ਕ੍ਰਾਸ ਕੀਤਾ, ਪੂਰਾ ਇੱਕ ਦਿਨ ਲੰਘਾ, ਔਰ ਇਹੀ ਏਅਰਪੋਰਟ 'ਤੇ ਸਾਨੂੰ ਡਰੋਪ ਕੀਤਾ, ਛੱਡਿਆ ਸਾਨੂੰ। ਔਰ ਫਿਰ ਫਲਾਈਟ ਜਿਹੜੀ ਆਈ, ਔਰ ਉਹ ਥੋੜ੍ਹਾ ਟਾਈਮ ਰੁਕੀ ਸੀ ਇਸਤਾਨਬੁਲ ਵਿੱਚ, ਔਰ ਫਿਰ ਦਿੱਲੀ ਆਈ, ਔਰ ਫਿਰ ਦਿੱਲੀ ਤੋਂ ਮੈਂ ਖੁਦ ਆਪਣਾ ਖਰਚਾ ਕਰਕੇ ਆਈ ਅੰਮ੍ਰਿਤਸਰ। ਜੀ, ਹੁਣ ਫਿਊਚਰ ਦਾ ਕੀ ਸੋਚਿਆ? ਜਿਸ ਤਰ੍ਹਾਂ ਆਪਣੀ ਜਿਹੜੀ ਪੜ੍ਹਾਈ ਆ ਅੱਧ ਵਿਚਕਾਰ ਹੈਗੀ, ਪੈਸੇ ਵੀ ਲੱਗੇ ਆ, ਸਰਕਾਰ ਨੇ ਮਤਲਬ? ਪੜ੍ਹਾਈ ਬਾਰੇ ਤਾਂ ਅਜੇ ਕੁਝ ਨਹੀਂ ਹੈ, ਕਿਉਂਕਿ ਹਲੇ ਕਈ ਬੱਚੇ ਹਲੇ ਵੀ ਉੱਥੇ ਫਸੇ ਹੋਏ ਆ। ਤਾਂ ਹਲੇ ਤਾਂ ਬਸ ਮੈਂ ਇਹੀ ਪ੍ਰੇ ਕਰਦੀ ਹਾਂ, ਅਰਦਾਸ ਕਰਦੇ ਰੱਬ ਅੱਗੇ, ਕਿ ਉਹ ਬੱਚੇ ਜਿੱਦਾਂ ਮੈਂ ਆਈ ਹਾਂ ਉਹ ਵੀ ਆ ਜਾਣ, ਕਿਉਂਕਿ ਬੱਚੇ ਰੋਂਦੇ ਪਏ ਆ, ਉਹਨਾਂ ਕੋਲ ਪੈਸੇ ਵੀ ਉੱਥੋਂ ਦੇ ਖਤਮ ਹੋ ਗਏ, ਜਿਹੜੀ ਉੱਥੋਂ ਦੀ ਕਰੰਸੀ ਆ, ਔਰ ਬੈਂਕ ਵੀ ਬੰਦ ਨੇ, ਉਹ ਕਢਵਾ ਵੀ ਨਹੀਂ ਸਕਦੇ। ਖਾਣਾ ਪੀਣਾ ਕਿੱਦਾਂ ਕਰਨਗੇ, ਭੁੱਖੇ ਪਿਆਸੇ ਨੇ, ਪਰ ਫਿਰ ਵੀ ਉਹ ਵਾਪਸ ਇੱਥੇ ਆ ਜਾਣ। ਤਾਂ ਪੜ੍ਹਾਈ ਤਾਂ ਚਲੋ ਹੁੰਦੀ ਰਹੇਗੀ, ਪਹਿਲਾਂ ਉਹ ਸਾਰੇ ਸੇਫ ਆ ਜਾਣ, ਇੱਥੇ ਇੰਡੀਆ ਵਿੱਚ ਵਾਪਸ ਆ ਜਾਣ। ਕੀ ਕਹਿਣਾ ਚਾਹੋਗੇ, ਬੇਟੀ ਆਪਣੀ ਘਰ ਵਾਪਸ ਆਈ? ਜੀ, ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਅਦਾ ਕਰਦਾ ਕਿ ਜਿਨ੍ਹਾਂ ਦੀ ਅਪਾਰ ਕਿਰਪਾ ਦਾ ਸਦਕਾ ਮੇਰੀ ਬੇਟੀ ਅੱਜ ਆਪਣੇ ਪਰਿਵਾਰ ਦੇ ਵਿੱਚ ਸਾਡੇ ਵਿੱਚ ਆਈ ਹੈ। ਉਸ ਤੋਂ ਬਾਅਦ ਮੈਂ ਕੇਂਦਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹਨਾਂ ਅਰੇਂਜ ਕਰਕੇ, ਜਿੰਨੀਆਂ ਮਤਲਬ ਦੂਸਰੇ ਦੇਸ਼ਾਂ ਦੇ ਬਾਰਡਰ ਦੇ ਉੱਤੋਂ ਫਲਾਈਟਾਂ ਦਾ ਅਰੇਂਜ ਕੀਤਾ, ਅਤੇ ਜਿਹੜੇ ਬੱਚਿਆਂ ਨੂੰ ਆਪੋ ਆਪਣੇ ਘਰ ਪਹੁੰਚਾ ਰਹੇ ਨੇ। ਤਾਂ ਮੈਂ ਵਿਸ਼ੇਸ਼ ਤੌਰ 'ਤੇ ਕੇਂਦਰ ਸਰਕਾਰ ਦਾ, ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਔਰ ਸਭ ਤੋਂ ਮੇਨ ਜਿਹੜੀ ਚੀਜ਼ ਆ, ਮੈਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਦੀ ਸਦਕਾ ਜਿਹੜੀ ਕਿ ਉੱਪਰ ਤਾਂ ਤੱਕ ਖਬਰਾਂ ਪਹੁੰਚੀਆਂ। ਮੀਡੀਆ ਨੇ ਹੀ ਸਾਰੇ ਲੋਕਾਂ, ਆਮ ਲੋਕਾਂ ਦੀ ਜਿਹੜੀ ਆਵਾਜ਼ ਆ, ਉਹ ਗੌਰਮੈਂਟ ਦੇ ਪ੍ਰਤੀ ਜਿਹੜੀ ਦਿਖਾਈ ਆ, ਔਰ ਮੀਡੀਆ ਦਾ ਸਦਕੇ ਕਰਕੇ ਹੀ ਫਿਰ ਕੇਂਦਰ ਸਰਕਾਰ ਨੇ ਜਿੰਨੀਆਂ ਜੋ ਵੀ ਫਲਾਈਟਾਂ ਦਾ ਜੋ ਵੀ ਅਰੇਂਜ ਕੀਤਾ, ਇਹ ਸਾਰਾ ਮੀਡੀਆ ਦਾ ਸਦਕਾ। ਮੈਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ, ਔਰ ਪਰਮਾਤਮਾ ਅੱਗੇ ਇਹ ਅਰਦਾਸ ਕਰਨਾ ਚਾਹੁੰਦਾ, ਜਿਸ ਤਰੀਕੇ ਨਾਲ ਸਾਡੀ ਬੇਟੀ ਸਾਡੇ ਵਿੱਚ ਆ,
ਪਰਮਾਤਮਾ ਕਰੇ ਸਾਰੇ ਬੱਚੇ ਆਪੋ ਆਪਣੀ ਜਗ੍ਹਾ ਤੇ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਵਿੱਚ ਆਉਣ। ਸਰ ਜਿਸ ਤਰ੍ਹਾਂ ਹਰਪ੍ਰੀਤ ਦੀ ਪੜ੍ਹਾਈ ਵਿੱਚ ਰੁਕ ਗਈ ਹੈ, ਹੁਣ ਵਾਪਸ ਕੋਈ ਜਾਣ ਦਾ ਜਾਂ ਕੋਈ ਸਰਕਾਰ ਨਾਲ ਕੋਈ ਤਾਲਮੇਲ ਹੋਇਆ ਵਾ ਵੀ ਬੱਚੇ ਨੂੰ ਗਾਂ ਇੱਥੇ ਪੜ੍ਹਾਉਣਾ ਵਾ, ਸਰਕਾਰ ਕੋ ਜਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵੀ? ਦੇਖੋ ਜੀ, ਅਜੇ ਤੱਕ ਤਾਂ ਲੜਾਈ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਤੇ ਕਿਸ ਤਰੀਕੇ ਦੇ ਨਾਲ ਕਦੋਂ ਲੜਾਈ ਉੱਥੇ ਦੀ ਬੰਦ ਹੋਣੀ ਆ ਜਾਂ ਨਹੀਂ ਵੀ ਹੋਣੀ। ਮੈਂ ਤਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਜਿਹੜੇ ਸਾਡੇ ਬੱਚੇ ਆ ਇੱਥੇ ਜਿਸ ਤਰੀਕੇ ਦੇ ਨਾਲ ਸਾਡੀਆਂ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਦੇ ਬਾਕੀ ਫਿਊਚਰ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਪੜ੍ਹਾਈ ਜਿੱਥੇ ਇੱਥੇ ਕੰਪਲੀਟ ਕਰਵਾਈ ਜਾਵੇ। ਤੇ ਬਾਕੀ ਮੇਨ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਇੰਨੀਆਂ ਮਹਿੰਗੀਆਂ ਪੜ੍ਹਾਈਆਂ ਵਾ, ਸਾਡੀਆਂ ਸਰਕਾਰਾਂ ਦੇ ਆਉਂਦੇ ਤਾਂ ਕੀ ਨਹੀਂ ਹੋ ਸਕਦਾ। ਤੇ ਮੈਂ ਇਹੀ ਗੱਲ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਸਾਡੇ ਆਮ ਵਰਗ ਦੇ ਜਿਹੜੇ ਬੱਚੇ ਆ ਉਹ ਬਾਹਰ ਜਾ ਰਹੇ ਆ, ਇੰਨੀ ਮਹਿੰਗੀ ਮਤਲਬ ਇੱਥੋਂ ਪੜ੍ਹਾਈ ਜਿਸ ਤਰੀਕੇ ਦੇ ਨਾਲ ਕਰੋੜ ਤੋਂ ਵੱਧ ਦਾ ਜਿਹੜਾ ਪੈਸਾ ਲੱਗ ਰਿਹਾ ਤੇ ਬਾਹਰ ਜਾ ਕੇ ਪੜ੍ਹਾਈਆਂ ਤਾਂ ਉੱਥੇ ਵੀ ਬਹੁਤ ਮਹਿੰਗੀਆਂ, ਪਰ ਉੱਥੇ ਆਮ ਲੋਕ ਚਲੋ ਜਿਸ ਤਰੀਕੇ ਦੇ ਨਾਲ ਵੀ ਆਪਦਾ ਔਖੇ ਸੌਖੇ ਹੋ ਕੇ ਆਪਦੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦਾ। ਮੈਂ ਇਹੀ ਗੱਲ ਕਹਿਣਾ ਮੰਗ ਕਰਦਾ ਕਿ ਸਰਕਾਰ ਦੇ ਕੋਲੋਂ ਵੀ ਇੱਥੇ ਵੀ ਪੜ੍ਹਾਈਆਂ ਸਸਤੀਆਂ ਕੀਤੀਆਂ ਜਾਣ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਵਿੱਚ ਨਾ ਜਾ ਸਕਣ, ਇੱਥੇ ਰਹਿ ਕੇ ਸਾਡੇ ਬੱਚੇ ਆਪਦਾ ਭਵਿੱਖ ਬਣਾ ਸਕਣ। ਸਰ ਹੁਣ ਤੱਕ ਅੰਦਾਜ਼ਨ ਹਰਪ੍ਰੀਤ ਦੀ ਪੜ੍ਹਾਈ ਤੇ ਕਿੰਨਾ ਖਰਚਾ ਆ ਚੁੱਕਿਆ ਜਿਹੜਾ? ਹੁਣ ਤੱਕ ਤਾਂ ਦੇਖੋ ਜੀ 15 ਕੁ ਲੱਖ ਦੇ ਲਗਭਗ ਆ ਚੁੱਕਾ ਵਾ। ਤਾਂ ਟੋਟਲ ਜਿਹੜੀ MBBS ਦੀ ਪੜ੍ਹਾਈ ਆ ਬਾਹਰ ਦੇ ਵਿੱਚ ਤਾਂ 35 ਤੋਂ ਲਾ ਕੇ 50 ਲੱਖ ਦੇ ਲਗਭਗ ਹੈਗੇ। ਬਾਕੀ ਸਾਡੇ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਇੱਥੇ ਕਰੋੜ ਦੇ ਲਗਭਗ ਹੈਗੇ। ਬਾਕੀ ਮੈਂ ਤਾਂ ਗਵਰਨਮੈਂਟ ਤੋਂ ਇਹੀ ਮੰਗ ਕਰਦਾ ਹੈਗਾ ਕਿ ਬਾਕੀ ਬੱਚੇ ਤੇ ਜਿਸ ਤਰੀਕੇ ਦੇ ਨਾਲ ਹੁਣ ਆ ਗਏ ਆ, ਫਿਲਹਾਲ ਤੇ ਉਹਨਾਂ ਦੀ ਜਾਨ ਬਚੀ ਆ, ਭਵਿੱਖ ਤੇ ਉਹਨਾਂ ਦਾ ਦਾਅ ਦੇ ਉੱਤੇ ਲੱਗਾ ਹੋਇਆ। ਉਹਨਾਂ ਦੇ ਭਵਿੱਖ ਨੂੰ ਸੇਫ ਕਰਦੇ ਹੋਏ ਤੇ ਉਹਨਾਂ ਨੂੰ ਅੱਗੇ ਦੀ ਜਿਹੜੀ ਪੜ੍ਹਾਈ ਉੱਥੋਂ ਇੱਥੇ ਇੰਡੀਆ ਵਿੱਚ ਹੀ ਰਹਿ ਕੇ ਪੰਜਾਬ ਵਿੱਚ ਹੀ ਅੱਗੇ ਦੀ ਜਿਹੜੀ ਪੜ੍ਹਾਈ ਉਹ ਜਾਰੀ ਕਰਵਾਈ ਜਾਵੇ। ਬੇਟਾ ਕੀ ਸਰਕਾਰ ਨੂੰ ਕਹਿਣਾ ਚਾਹੋਗੇ ਤੁਹਾਡੀ ਪੜ੍ਹਾਈ ਬਾਰੇ? ਮੈਂ ਇਹੀ ਕਹਿਣਾ ਚਾਹਾਂਗੀ ਕਿ ਅਗਰ ਇੱਥੇ ਖਰਚਾ ਘੱਟ ਹੋਵੇ ਤਾਂ ਬੱਚੇ ਬਾਹਰ ਜਾਂਦੇ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਹੁਣ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਲੜਾਈ ਹੋ ਜਾਏਗੀ, ਪਰ ਅਗਰ ਇੱਥੇ ਖਰਚਾ ਠੀਕ ਹੋਵੇ, ਅਗਰ ਇੱਥੇ ਬੱਚਾ ਪੜ੍ਹ ਸਕਦਾ ਹੋਵੇ ਤਾਂ ਸਾਡੇ ਅੱਗੇ ਮਿਡਲ ਕਲਾਸ ਫੈਮਿਲੀ ਨੂੰ ਬਾਹਰ ਨਾ ਜਾਣਾ ਪਵੇ ਔਰ ਇਹ ਤੰਗੀਆਂ ਨਾ ਝੇਲਣੀਆਂ ਪੈਣ। ਉੱਥੇ ਜਾ ਕੇ ਵੀ ਪੜ੍ਹਨਾ ਕੋਈ ਸੌਖੀ ਗੱਲ ਨਹੀਂ, ਉੱਥੋਂ ਦੀ ਲੈਂਗੁਏਜ ਸਿੱਖੋ, ਉੱਥੋਂ ਦਾ ਪੜ੍ਹੋ। ਤਾਂ ਅਗਰ ਖਰਚਾ ਠੀਕ ਹੋਵੇ ਤਾਂ ਸਾਨੂੰ ਬਾਹਰ ਜਾਣ ਦੀ ਕੀ ਜ਼ਰੂਰਤ, ਅਸੀਂ ਆਪਣੀ ਮਾਂ ਵਰਗੀ ਧਰਤੀ ਨੂੰ ਕਿਉਂ ਛੱਡੀਏ। ਤਾਂ ਕਿਸੇ ਦਾ ਵੀ ਜੀਅ ਨਹੀਂ ਕਰਦਾ ਇੱਥੇ ਆਪਣੇ ਮਾਂ-ਬਾਪ ਤੋਂ ਦੂਰ ਜਾ ਕੇ ਪੜ੍ਹਨ ਦਾ। ਇੱਥੇ ਸਾਰਾ ਕੁਝ ਹੈਗਾ ਏ, ਬਸ ਸਾਨੂੰ ਇਹ ਓਪਰਚੁਨਿਟੀ ਦਿੱਤੀ ਜਾਵੇ ਕਿ ਅਸੀਂ ਘੱਟ ਖਰਚੇ ਤੇ ਜਿੱਦਾਂ ਉੱਥੇ ਪੜ੍ਹਦੇ ਇੱਥੇ ਵੀ ਪੜ੍ਹ ਸਕੀਏ। ਮੇਰੀ ਸਟੇਟ ਗਵਰਨਮੈਂਟ ਤੋਂ ਇਹੀ ਆ ਅਪੀਲ ਕਿ ਪਲੀਜ਼ ਸਾਡਾ ਖਰਚਾ ਘੱਟ ਕੀਤਾ ਜਾਵੇ ਕਿ ਅਸੀਂ ਇੱਥੇ ਪੜ੍ਹ ਸਕੀਏ। ਜੋ ਓਪਰਚੁਨਿਟੀ ਸਾਨੂੰ ਉਹ ਦਿੰਦੇ ਨੇ ਉਹ ਸਾਨੂੰ ਇਹ ਵੀ ਦੇਣ ਜੀ, ਕਿਉਂਕਿ ਇਹ ਦੇਖ ਕੇ, ਇਹ ਸਾਰਾ ਕੁਝ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਹੈ ਕਿ ਉੱਥੇ ਇਹ ਸਾਰਾ ਕੁਝ ਹੋ ਗਿਆ। ਔਰ ਖਾਸ ਕਰਕੇ ਉਹ ਬੱਚਿਆਂ ਨੂੰ ਦੇਖ ਕੇ ਜਿਹੜੇ ਇੰਨੀ ਡੈਥ ਹੋਈ ਆ, ਉੱਥੋਂ ਦੇ ਸੋਲਜਰਸ ਦੀ ਵੀ ਇੰਨੀ ਡੈਥ ਹੋਈ ਆ, ਤਾਂ ਉਹ ਦੇਖ ਕੇ ਬਹੁਤ ਮਨ ਖਰਾਬ ਹੁੰਦਾ ਹੈ ਜੀ। ਯੁੱਧ ਤੇ ਮਾੜਾ ਹੀ ਹੁੰਦਾ, ਯੁੱਧ ਸਾਰੇ ਵਤੇ ਮਾੜਾ ਭਾਵੇਂ ਕਰਦਾ ਭਾਵੇਂ। ਹਾਂਜੀ, ਯੁੱਧ ਤਾਂ ਬਹੁਤ ਮਾੜਾ ਹੁੰਦਾ ਹੈ, ਕਿਤੇ ਹੋਣਾ ਨਹੀਂ ਚਾਹੀਦਾ, ਪਰ ਇਹ ਹੁਣ ਹੋ ਗਿਆ ਹੈ। ਤਾਂ ਇਹਦੇ ਵਾਸਤੇ ਇਹੀ ਕਵਾਂਗੇ ਕਿ ਅਗਰ ਇੱਥੇ ਸਾਨੂੰ ਓਪਰਚੁਨਿਟੀ ਦਿੱਤੀ ਜਾਵੇ, ਇੱਥੇ ਖਰਚਾ ਘੱਟ ਹੋਵੇ ਤਾਂ ਅਸੀਂ ਬਾਹਰ ਨਹੀਂ ਜਾਣਾ ਚਾਹੁੰਦੇ, ਬਿਲਕੁਲ ਨਹੀਂ ਜਾਣਾ ਚਾਹੁੰਦੇ। ਅਸੀਂ ਇੱਥੇ ਹੀ ਪੜ੍ਹ ਕੇ ਇੱਥੇ ਡਾਕਟਰ ਬਣਨਾ ਚਾਹੁੰਦੇ ਹਾਂ, ਇੱਥੇ ਲੱਗਣਾ ਚਾਹੁੰਦੇ ਹਾਂ ਜੀ। ਭੈਣ ਜੀ ਕੀ ਕਹਿਣਾ ਚਾਹੋਗੇ, ਬੇਟੀ ਘਰ ਆਪਾਂ ਪਾਸ ਆ ਗਈ? ਹਾਂਜੀ ਜੀ, ਅਸੀਂ ਤੇ ਵਾਹਿਗੁਰੂ ਪ੍ਰਮਾਤਮਾ ਗੁਰੂ ਰਾਮਦਾਸ ਜੀ ਦਾ ਬਹੁਤ ਬਹੁਤ ਸ਼ੁਕਰ ਕਰਦੇ ਹਾਂ। ਅਸੀਂ ਨਹੀਂ ਸੀ ਇਹ ਕਰਵਾਉਣ ਜੋਗੇ, ਗੁਰੂ ਰਾਮਦਾਸ ਨੇ ਆਪ ਸਭ ਕੁਝ ਕਿਰਪਾ ਕਰਕੇ ਆਪ ਖਿਲਾਇਆ ਤੇ ਆਪ ਹੀ ਇੰਡੀਆ ਵਾਪਸ ਬੇਟੀ ਨੂੰ ਇੱਥੇ ਮੰਗਵਾਇਆ। ਹਾਂਜੀ, ਹਾਂ ਤੇ ਬਹੁਤ ਖੁਸ਼ੀ ਹੋਈ, ਸੋਚਦੇ ਸਾਡੀ ਬੇਟੀ ਜਲਦੀ ਘਰੇ ਆ ਜੇ। ਮਤਲਬ ਗੱਲ ਵੀ ਇੰਨੀ ਜ਼ਿਆਦਾ ਨਹੀਂ ਸੀ ਹੁੰਦੀ, ਫੋਨ ਤੇ ਗੱਲ ਹੁੰਦੀ ਸੀ ਸਾਹਮਣੇ WhatsApp? ਹਾਂਜੀ ਹੁੰਦੀ ਸੀ, WhatsApp ਤੇ ਹੁੰਦੀ ਸੀ ਉਹਨਾਂ ਨਾਲ ਕਾਲ। ਹਾਂਜੀ, ਫਿਰ ਵੀ ਚਿੰਤਾ ਤੇ ਹਾਂਜੀ ਵੀਰ ਜੀ, ਉਹ ਤੇ ਬਹੁਤ ਸੀ। ਮੇਰੀ ਤੇ ਵੈਸੇ ਵੀ ਦਵਾਈ ਚੱਲਦੀ, ਬਹੁਤ ਟੈਨਸ਼ਨ ਸੀ ਵੀ ਜਲਦੀ ਆ ਜੇ, ਪਰ ਅਸੀਂ ਕੁਝ ਕਰ ਨਹੀਂ ਸਕਦੇ। ਇਹ ਤੇ ਜੋ ਹੀ ਕਰਨਾ ਸੀ ਵਾਹਿਗੁਰੂ ਨੇ ਕਰਨਾ ਸੀ। ਅਸੀਂ ਤਾਂ ਉਹਦਾ ਬਹੁਤ ਸ਼ੁਕਰ ਕਰਦੇ, ਸਾਡੀ ਬੇਟੀ ਠੀਕ ਠਾਕ ਆ ਗਈ। ਐਵੇਂ ਸਭ ਦੇ ਮਾਪਿਓ ਦੇ ਬੱਚੇ ਐਵੇਂ ਆਪਣੇ ਕੋਲ, ਆਪਦੇ ਮੰਮੀ ਪਾਪਾ ਦੇ ਕੋਲ ਐਵੇਂ ਆਉਣ, ਜਿਵੇਂ ਮੇਰੀ ਬੇਟੀ ਹਰਪ੍ਰੀਤ ਕੌਰ ਆ ਗਈ। ਆਪਣੇ ਪਰਿਵਾਰ ਚ ਕੌਣ ਨੇ? ਹਾਂਜੀ, ਪਰਿਵਾਰ ਚ ਕੌਣ ਆਪਣੇ? ਬੇਟਾ ਬੇਟੀ ਆ ਤੇ ਮੇਰੇ ਹਸਬੈਂਡ। ਹਾਂਜੀ। ਕਿੰਨਾ ਸਾਲ ਹੋ ਗਿਆ ਹਰਪ੍ਰੀਤ ਨੂੰ ਇੱਥੋਂ ਗਈ ਨੂੰ? 1 ਸਾਲ ਤੇ 23 ਫਰਵਰੀ ਨੂੰ ਗਈ ਸੀ। ਹਾਂਜੀ, 1 ਸਾਲ ਤੇ 6 ਦਿਨ ਬਾਅਦ ਵਾਪਸ ਆ ਗਈ। ਹਾਂਜੀ। ਕੀ ਨਾਮ ਹੈ? ਮੈਂ ਦਿਲਬਾਗ ਸਿੰਘ ਰਣਾ ਜੀ। ਤੁਸੀਂ ਹਰਪ੍ਰੀਤ ਦੇ ਕੀ ਲੱਗਦੇ? ਮੈਂ ਨਾਨਾ ਜੀ ਦਾ ਜੀ। ਕੀ ਕਹਿਣਾ ਚਾਹੋਗੇ, ਆਪਣੀ ਬੇਟੀ ਆਪਣੇ ਘਰ ਆ ਗਈ?
ਅਸੀਂ ਤੇ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ। ਬੜਾ ਔਖਾ ਜਦੋਂ ਲੜਾਈ ਲੱਗੀ ਤਾਂ ਪਤਾ ਲੱਗੇ ਵੀ ਆਹ ਗੱਲ ਹੋ ਗਈ ਹੈ। ਹੁਣ ਪਤਾ ਲੱਗਾ ਜਦ ਘਰੇ ਆ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਹੁੰਦੀ ਜੀ, ਸਹੀ ਸਲਾਮਤ ਆ ਗਏ। ਜੇ ਸਾਡਾ ਸਰਕਾਰਾਂ ਚੰਗੀਆਂ ਹੋਣ ਦੇ ਇੱਥੇ ਸਾਨੂੰ ਉਚੇਰੀ ਸਿੱਖਿਆ ਮਿਲੇ, ਕੀ ਲੋੜ ਹੈ ਬਾਹਰ ਬੱਚੇ ਖਲਾਈਏ, ਆਪਦੀ ਨਿਗਾਹ ਦੂਰ ਰੱਖੀਏ। ਇੱਥੇ ਇਹੋ ਕੋਰਸ ਕਰ ਤੇ ਕਰੋੜ ਰੁਪਇਆ ਲੱਗ ਜਾਂਦਾ ਬੱਚੇ ਦਾ, ਉੱਥੇ ਸਸਤਾ ਤਾਂ ਹੀ ਬਾਹਰ ਭੇਜਦੇ ਹਾਂ। ਉਹ ਦੇਸ਼ 92 ਆਜ਼ਾਦ ਹੋਇਆ ਮੇਰੇ ਹਿਸਾਬ ਨਾਲ, ਸਾਡਾ ਦੇਸ਼ 47 ਦਾ ਆਜ਼ਾਦ ਹੋਇਆ ਦੇਸ਼। ਜੇ ਅਸੀਂ ਪੰਜਾਬ ਦੀ ਗੱਲ ਕਰੀਏ 66 ਪੰਜਾਬੀ ਸਕੂਲ ਬਣਿਆ, ਸਾਡੇ ਕੀ ਬਣਿਆ ਦੱਸੋ? ਅਸੀਂ ਵਿਕਾਸ ਆਪਣੀਆਂ ਗਲੀਆਂ ਵਾਲਿਆਂ ਨੂੰ ਸਮਝੀ ਜਾਂਦੇ ਹਾਂ। ਅਸੀਂ ਵਿਕਾਸ ਨੂੰ ਸਾਡਾ ਉਚੇਰੀ ਸਿੱਖਿਆ ਸਕੂਲ ਕਿਹੜਾ ਖੁੱਲ੍ਹਿਆ ਚੰਗਾ, ਕਾਲਜ ਕਿਹੜਾ ਖੁੱਲ੍ਹਿਆ ਹੈ, ਸਾਨੂੰ ਕਿਹੜੀ ਇੱਥੇ ਇੰਡਸਟਰੀ ਹੈ, ਕਿਹੜੀ ਨੌਕਰੀ ਮਿਲਦੀ ਨਹੀਂ ਮਿਲਦੀ, ਤਾਂ ਹੀ ਬੱਚੇ ਬਾਹਰ ਜਾਂਦੇ। ਹੁਣ ਲੱਗਦਾ ਬੱਚੇ ਧੱਕੇ ਖਾਣੇ ਦੇ ਕਹਿੰਦਾ ਵੀ ਮਾਂ ਪਿਓ ਤੋਂ ਦੂਰ ਜਾ ਕੇ ਬੱਚਾ ਜੀ ਨਹੀਂ ਕਰਦਾ ਧੀ ਸਾਡੀ ਕੁਆਰੀ ਜਾਂ ਬਾਹਰ ਜੇ ਪੜ੍ਹੇ, ਮਜਬੂਰੀ ਬਣ ਗਈ ਵੀ ਇੱਥੇ ਕਰੋੜ ਰੁਪਇਆ ਲਾ ਨਹੀਂ ਸਕਦੇ, ਉੱਥੇ ਉਹ ਕੋਰਸ 30-40 ਲੱਖ ਹੋ ਜਾਂਦਾ। ਇਹ ਕਰਕੇ ਬਣਾਉਣਾ ਪਿਆ। ਉਹ ਬੰਦੇ ਨੂੰ ਦੁੱਖ ਤੇ ਮਹਿਸੂਸ ਹੁੰਦਾ ਵੀ ਲੜਾਈ ਲੱਗਦੀ ਹੈ। ਮੈਂ ਖੁਦ ਫੌਜੀ ਹਾਂ, ਜਦ ਦੇਸ਼ਾਂ 'ਚ ਲੜਾਈ ਨਹੀਂ ਸੀ ਬੜੀ ਔਖੀ ਆ, ਘਰ ਲੜਾਈ ਲੱਗੀ ਉਹ ਨਹੀਂ ਸੂਤਰਾਂ ਦੀ। ਤੇ ਬੜਾ ਵਧੀਆ ਲੱਗਿਆ ਸਾਨੂੰ ਜਦੋਂ ਆ ਕੇ ਵਿਚਾਰੀ ਘਰੇ, ਬੜੀ ਖੁਸ਼ੀ ਮਹਿਸੂਸ ਕੀਤੀ ਹੈ ਜੀ। ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਸਰਕਾਰਾਂ ਨੂੰ ਅਸੀਂ ਕਹਿੰਦੇ ਵੀ ਇਹੋ ਚੇਰੀ ਸਿੱਖਿਆ ਇੱਥੇ ਮਿਲੇ ਬੱਚਿਆਂ ਨੂੰ, ਵਧੀਆ ਕਾਲਜ ਸਕੂਲ ਖੋਲ੍ਹੇ ਜਾਣ। ਅਸੀਂ ਗਲੀਆਂ ਨਾਲੀਆਂ ਤੋਂ ਕੀ ਲੈਣਾ ਹੈ, ਅਸੀਂ ਆਪੇ ਬਣਾ ਲਾਂਗੇ। ਚੰਗੀ ਬੱਚਿਆਂ ਨੂੰ ਨੌਕਰੀ ਮਿਲੇ, ਸਾਨੂੰ ਨਾ ਲਾ ਲਿਆ ਫ੍ਰੀ ਬਣੇ, ਫ੍ਰੀ ਤੁਹਾਨੂੰ ਬੱਤੀ ਦੇਵਾਂ, ਫ੍ਰੀ ਰਾਸ਼ਨ ਦਿੰਦੇ ਹਾਂ, ਅਸੀਂ ਰਾਸ਼ਨ ਬੱਤੀ ਫ੍ਰੀ ਕਰਨੀ ਆ। ਇਹ ਬੱਚੇ ਨੂੰ ਚਾਹੀਏ ਨੌਕਰੀ ਦੇ ਵਿੱਚੋਂ ਬਿਜਲੀ ਬਿੱਲ ਸਭ ਕੁਝ ਉਤਾਰ ਕੇ ਮਾਲਾ ਦਾ ਘਰ ਦਾ ਵਧੀਆ ਕਰਦਾ। ਬੈਂਕ ਕਰ ਜਾਂਦੀ, ਲੋਨ ਲੈ ਬੰਦਾ ਕੋਠੀ ਵਾਦਾ ਘਰ ਹੀ ਕਰਨੇ। ਕਣਕ ਦਾ ਦਾਈ ਬੰਦਾ ਰਸ ਨਹੀਂ ਮੁੱਕਦਾ ਮਿਲ ਲੈਂਦਾ। ਸਾਨੂੰ ਸਰਕਾਰਾਂ ਨੇ ਉਲਝਾ ਲਿਆ ਪੁੱਠੇ ਕੰਮਾਂ 'ਚ। ਕੋਈ ਸਕੂਲ ਨਹੀਂ ਚਾਹੀਦਾ ਇੱਥੇ ਖੋਲ੍ਹਿਆ, ਕੋਈ ਕਾਲਜ ਨਹੀਂ ਹੈਗਾ, ਕੋਈ ਇੰਡਸਟਰੀ ਜਿੱਥੇ ਬੱਚਿਆਂ ਨੂੰ ਨੌਕਰੀ ਮਿਲ ਸਕੇ। ਚਲੋ ਇਹ ਸੈਂਟਰ ਦੇ ਨੇ, ਸੈਂਟਰ 47 ਆਜ਼ਾਦ ਹੋਇਆ, ਪੰਜਾਬੀ ਸੂਬਾ ਸ਼ਹਿਰ ਦਾ ਬਣਿਆ, ਪੰਜਾਬ ਦੀਆਂ ਸਰਕਾਰਾਂ ਨੇ ਕੀਤਾ, ਆਪੇ ਵੀ ਸੋਚੀਏ ਨਾ। ਇਹ ਤੁਸੀਂ ਵਧੀਆ ਜੋ ਇਸ ਤਰ੍ਹਾਂ ਖਬਰਾਂ ਲਾਉਂਦੇ ਵਿੱਚ, ਅਸੀਂ ਅਖਬਾਰਾਂ 'ਚ ਪੜ੍ਹਦੇ, ਚਲੋ ਤੁਹਾਡੀ ਖਬਰਾਂ 'ਚ ਸੁਣੀਆਂ ਟੀ ਵੀ 'ਤੇ ਸਾਰਾ ਕੁਛ, ਅਤੇ ਤੁਹਾਡੇ ਜਰੀਏ ਕਰਕੇ ਬੱਚੀਆਂ ਵਿਚਾਰੀਆਂ ਇੱਦਾਂ ਕਿੰਨੇ ਲਾਉਣਾ, ਫਿਰ ਕਿੰਨਾ ਪੈਸਾ ਲਾ ਕੇ ਵਿਚਾਰੇ ਸਰਕਾਰਾਂ ਦੀ ਮਦਦ ਕਰਦੇ, ਕੀ ਮਦਦ ਜਾਂ ਫ੍ਰੀ ਲੈ ਕੇ ਬੱਚਿਆਂ ਨੂੰ। ਉੱਥੇ ਖੁਦ ਮਾਂ ਪਿਓ ਕਿਰਾਇਆ ਦਿੰਦਾ, ਮੈਂ ਪੜ੍ਹਦਾ ਅਖਬਾਰ 'ਤੇ ਰੋਜ਼, ਕੋਈ 60,000 ਦੇ ਕੇ ਲਿਆਉਂਦਾ, 85,000 ਲਾਏ, ਕੋਹ ਲਾ ਕੇ ਕਹਿੰਦੇ ਮਦਦ ਕਰਦੇ। ਸਰਕਾਰਾਂ ਮਦਦ ਕਾਹਦੀ ਕਰਦੀਆਂ, ਨਹੀਂ ਕਰਦੀਆਂ। ਇਹ ਬੰਦਾ ਖੁਦ ਹੀ ਜੋ ਕਰਦਾ ਜੀ। ਹਰਪ੍ਰੀਤ ਦੇ ਨਾਨੀ ਜੀ ਸਾਡੇ ਮੌਜੂਦ ਨੇ। ਵੀ ਜੀ ਕੀ ਕਹਿਣਾ ਚਾਹੋਗੇ? ਅਸੀਂ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਬੇਟੀ ਘਰ ਆ ਗਈ। ਸਾਨੂੰ ਬਹੁਤ ਸਭ ਕੁਛ, ਅਸੀਂ ਬਹੁਤ ਕਰਮ ਵਾਲੇ ਹਾਂ। ਗੁਰੂ ਰਾਮਦਾਸ ਅੱਗੇ ਇਹੋ ਅਰਦਾਸ ਕਰਦੇ ਹਾਂ ਵੀ ਸਾਡੀ ਬੇਟੀ ਘਰ ਆ ਜੇ, ਆ ਗਏ। ਅਸੀਂ ਬਹੁਤ ਖੁਸ਼ ਹਾਂ। ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਸਰਕਾਰਾਂ ਨੂੰ ਇਹੋ ਹੀ ਕਹਿੰਦੇ ਆ ਵੀ ਸਰਕਾਰਾਂ ਕੋਈ ਇੱਥੇ ਚੰਗੇ ਕੰਮ ਬੱਚਿਆਂ ਨੂੰ ਦੇਣ, ਨੌਕਰੀਆਂ ਦੇਣ, ਤਾਂ ਬੱਚੇ ਕਿਉਂ ਧੱਕੇ ਖਾਣ ਬਾਹਰ। ਮਾਪੇ ਮਗਰ ਇੱਥੇ ਰੁਲਦੇ ਰਹਿੰਦੇ ਆ, ਬੱਚੇ ਬਾਹਰ ਚਲੇ ਜਾਂਦੇ ਆ, ਬਾਅਦ 'ਚ ਬੱਚਿਆਂ ਨੂੰ ਬਹੁਤ ਮੁਸ਼ਕਲ ਆਉਂਦੀਆਂ। ਤਾਂ ਇਹ ਸਨ ਜੀ ਹਰਪ੍ਰੀਤ ਕੌਰ ਜਿਹੜੀ ਯੂਕਰੇਨ ਤੋਂ ਵਾਪਸ ਆਈ ਹੈ, ਨਾਲ ਉਹਨਾਂ ਦੇ ਪਰਿਵਾਰ ਨੇ ਇਹੋ ਹੀ ਮੰਗ ਕੀਤੀ ਹੈ ਵੀ ਜਿਹੜੇ ਸਾਡੇ ਬੱਚੇ ਆ ਜਿਨ੍ਹਾਂ ਦੀ ਪੜ੍ਹਾਈ ਵਾਸਤੇ ਬਾਹਰ ਜਾਣਾ ਪੈਂਦਾ ਵਾ, ਉਹਨਾਂ ਦੀ ਪੜ੍ਹਾਈ ਦਾ ਇੱਥੇ ਪ੍ਰਬੰਧ ਕੀਤਾ ਜਾਵੇ। ਜਿਹੜੀ ਐਜੂਕੇਸ਼ਨ ਉਹ ਸਸਤੀ ਹੋਵੇ ਤਾਂ ਜੋ ਸਾਰੇ ਆਪਣੇ ਬੱਚੇ ਆ ਉਹ ਇੱਥੇ ਪੜ੍ਹਨ, ਪੰਜਾਬ ਤੋਂ ਬਾਹਰ ਨਾ ਜਾਣ। ਅਤੇ ਨਾਲ ਹੀ ਇਹਨਾਂ ਨੇ ਇਹ ਵੀ ਸੱਚੇ ਪਾਤਸ਼ਾਹ ਕੋਲ ਅਰਦਾਸ ਕੀਤੀ ਹੈ ਵੀ ਜਿਹੜੇ ਬੱਚੇ ਅਜੇ ਬਾਹਰ ਰਹਿ ਗਏ ਨੇ ਉਹ ਵੀ ਆਪਣੇ ਘਰਾਂ ਨੂੰ ਪਰਤਣ, ਆਪਣੇ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਰਹਿਣ। ਹੁਣ ਵੇਖਣਾ ਇਹ ਹੋਏਗਾ ਵੀ ਸਰਕਾਰਾਂ ਜਿਹੜੇ ਬੱਚੇ ਵਾਪਸ ਆ ਰਹੇ ਆ ਇਹਨਾਂ ਦੇ ਭਵਿੱਖ ਲਈ ਅੱਗੇ ਕੀ ਡਿਸੀਜਨ ਲੈਂਦੀ ਆ, ਕੀ ਇਹਨਾਂ ਦਾ ਸੋਚਦੀ ਆ। ਫਿਲਹਾਲ ਕੁਲਦੀਪ ਸੰਦੀਪਾ, ਸਕਾਈ ਨਿਊਜ਼ ਪੰਜਾਬ, ਪੱਟੀ, ਤਰਨਤਾਰਨ। ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਹੁਣੇ ਮਿਲੋ ਬਾਬਾ ਖਾਨ ਨੂੰ। 9876 6780। ਸਮੱਸਿਆ ਜਿਵੇਂ ਸੰਤਾਨ ਪ੍ਰਾਪਤੀ, ਕਾਰੋਬਾਰ ਦੇ ਵਿੱਚ ਘਾਟਾ, ਵਿਦੇਸ਼ ਯਾਤਰਾ ਦੇ ਵਿੱਚ ਦੇਰੀ, ਪਤੀ ਪਤਨੀ ਦੇ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਦਾ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਲਈ ਕਦਮ ਚੁੱਕੋ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।